ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਇਸ ਹਫ਼ਤੇ ਸਿੱਖ ਪੰਥ ਇੱਕ ਬਹੁਤ ਹੀ ਇਤਿਹਾਸਿਕ ਇੱਕ ਇੰਪੋਰਟੈਂਟ ਦਿਨ ਮਨਾ ਰਿਹਾ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਅਸੀਂ ਸਾਰੇ ਮਨਾ ਰਹੇ ਹਾਂ। ਭਾਵੇਂ ਅਸੀਂ ਆਪਣੇ ਗੁਰੂਆਂ ਨੂੰ ਰੋਜ਼ याद करते हैं, फिर भी साल दे विच इहो जे कुछ दिन आते हैं जिन्हां दे विच सानूं बैठ के एक गहरे तौर ते विचार करना चाहिए है उन्हां दी लैगेसी उत्ते की उन्हां दी जिंदगी सीगी, की उन्हां दी कुर्बानियां साडे सारियां लई वो करके गए। ते अज असीं इस प्रोग्राम दे विच कुछ इहो जे ही विचार तुहाडे नाल सांझे करांगे। मैनूं बहुत खुशी हो रही है कि अज शाम दे शो दे विच साडे नाल इह विचार सांझे करन लई साडे नाल जुड़े हन शिकागो तो एक इहो जे विद्वान जो कि ना कि सिर्फ गुरु साहिबान दी कुर्बानियां उन्हां दी जिंदगी बारे थोड़ी जी साडे नाल कुछ डिस्कशनस करनगे, बट मोर इंपॉर्टेंटली जो साडा इतिहास हैगा ਉਹਨੂੰ ਅੱਜ ਦੀ ਡੇਟ ਦੇ ਵਿੱਚ ਸਾਡੇ ਅਗਲੀ ਪੀੜ੍ਹੀ ਲਈ ਸਾਡੇ ਬੱਚਿਆਂ ਤੱਕ ਅਸੀਂ ਕਿਸ ਤਰ੍ਹਾਂ ਪਹੁੰਚਾ ਸਕਦੇ ਹਾਂ ਉਹਦੇ ਬਾਰੇ ਥੋੜ੍ਹੇ ਜਿਹੇ ਵਿਚਾਰ ਸਾਂਝੇ ਕਰਾਂਗੇ। ਸੋ ਪਲੀਜ਼ ਮੇਰੇ ਨਾਲ ਰਲ ਕੇ ਸਵਾਗਤ ਕਰੋ ਅੱਜ ਸ਼ਾਮ ਦੇ ਸਾਡੇ ਗੈਸਟ ਬਾਬਾ ਜੀ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ। ਸਭ ਤੋਂ ਪਹਿਲੇ ਬਾਬਾ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਟਾਈਮ ਕੱਢ ਕੇ। ਸ਼ਿਕਾਗੋ ਤੋਂ ਉੱਥੇ ਵੀ ਠੰਡ ਪੈ ਰਹੀ ਹੈ, ਇੱਥੇ ਵੀ ਠੰਡ ਪੈ ਰਹੀ ਹੈ, ਬਟ ਸਾਡੇ ਲਈ ਸਾਡੇ ਜੋ ਇੰਨੇ ਵੱਡੇ ਕਾਰੋਬਾਰ ਹੈਗੇ ਉਹਨਾਂ ਦੇ ਵਿੱਚ ਠੰਡ ਸਾਨੂੰ ਮਹਿਸੂਸ ਵੀ ਨਹੀਂ ਹੁੰਦੀ ਜਦੋਂ ਅਸੀਂ ਉਨ ਕੁਰਬਾਨੀਆਂ ਬਾਰੇ ਸੋਚਦੇ ਹਾਂ, ਉਸ ਠੰਡੇ ਬੁਰਜ ਬਾਰੇ ਸੋਚਦੇ ਹਾਂ ਜਿਹਦੇ ਕਰਕੇ ਅੱਜ ਸਿੱਖ ਅਤੇ ਸਿੱਖੀ ਇੰਨੇ ਵੱਡੇ ਲੈਵਲ 'ਤੇ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਬਾਬਾ ਜੀ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਦੀ ਜ਼ਿੰਦਗੀ ਬਾਰੇ ਸੋਚਦੇ ਹਾਂ, ਉਹ ਕੁਰਬਾਨੀ ਦੀ ਲਹਿਰ ਸ਼ੁਰੂ ਤੋਂ ਹੀ ਸ਼ੁਰੂ ਹੋ ਗਈ ਸੀ। ਉਹਨਾਂ ਦੇ ਪ੍ਰਕਾਸ਼ ਉਤਸਵ 'ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ। ਬਾਬਾ ਜੀ ਕਿਨ ਵਿਚਾਰਾਂ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੋਗੇ? ਮੈਂ ਜਦੋਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਾ ਹੈ ਅੰਤਰਾਤਮੇ ਉਹਨਾਂ ਦਾ ਸਾਰਾ ਪਰਿਵਾਰ, ਮੈਂ ਬਹੁਤ ਭਾਵੁਕ ਹੋ ਜਾਂਦਾ ਔਰ ਆਪਣੇ ਆਪ ਨੂੰ ਮੈਂ ਕੰਟਰੋਲ ਨਹੀਂ ਕਰ ਸਕਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਸ਼ਖਸੀਅਤ ਨੂੰ ਦੇਖਦੇ ਹਾਂ ਉਹ ਇੱਕ ਲਾਸਾਨੀ ਹੈ, ਔਰ ਦੂਸਰਾ ਪੱਖ ਸ਼ਖਸੀ ਤੌਰ ਤੇ ਉਹਨਾਂ ਨੇ ਆਪਣੇ ਲਈ ਕੁਛ ਵੀ ਨਹੀਂ ਕੀਤਾ। ਜੋ ਕੁਝ ਵੀ ਕੀਤਾ ਉਹਨਾਂ ਨੇ ਮਨੁੱਖਤਾ ਲਈ, ਸਮਾਜ ਲਈ, ਦੱਬੇ ਕੁਚਲੇ ਲੋਕਾਂ ਦੇ ਲਈ ਸਾਰਾ ਕੁਝ ਕੀਤਾ। ਆਪਣਾ ਪਰਿਵਾਰ ਵਾਰਿਆ ਔਰ ਆਪ ਜਿਨ੍ਹਾਂ ਕਠਿਨਾਈਆਂ ਚੋਂ ਉਹ ਲੰਘੇ ਨੇ, ਉਹ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਤੇ ਜਿਹੜੇ ਸਰੀਰ ਦੇ ਲੂ ਕੰਡੇ ਖੜੇ ਹੋ ਜਾਂਦੇ। ਅੰਤਰਾਤਮੇ ਬੰਦਾ ਇੱਕ ਵਾਰ ਕਿਸੇ ਹੋਰ ਮੰਡਲ ਵਿੱਚ ਜਾ ਕੇ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗੀ ਕੀ ਸ਼ਖਸੀਅਤ ਇਸ ਦੁਨੀਆ 'ਚ ਹੈ, ਤਾਂ ਜਵਾਬ ਮਿਲਦਾ ਕਿ ਨਹੀਂ। ਪੰਜਾਬੀ ਦੇ ਇੱਕ ਕਵੀ ਨੇ ਇਹਦਾ ਜ਼ਿਕਰ ਕੀਤਾ ਹੈ, ਮਹਾਬਲੀ ਤਪਸਵੀ ਵੀਰ ਯੋਧਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਉਹਨਾਂ ਦਾ ਜ਼ਿੰਦਗੀ ਦਾ ਹਰ ਪੱਖ, ਉਹ ਇੱਕ ਮਹਾਨ ਧਾਰਮਿਕ ਰਹਿਬਰ ਔਰ ਉਹ ਇੱਕ ਸਫਲ ਪਿਤਾ, ਸਫਲ ਪੁੱਤਰ, ਸਫਲ ਦੇਸ਼ ਭਗਤ, ਮਹਾਨ ਕਵੀ, ਮਹਾਨ ਯੋਧੇ, ਨਿਡਰ, ਮਹਾਨ ਯੁੱਧ ਨੀਤੀਵੇਤਾ। ਮੈਂ ਜੋ ਕੁਝ ਕਿਹਾ ਇਟਸ ਨਾਟ ਕੰਪਲੀਟਡ, ਬਹੁਤ ਕੁਝ ਰਹਿ ਜਾਂਦਾ ਜਦੋਂ ਉਹਨਾਂ ਦੀ ਸ਼ਖਸੀਅਤ ਨੂੰ ਆਪਾਂ ਦੇਖਦੇ ਹਾਂ। ਬਹੁਤ ਪੱਖੀ ਔਰ ਬਹੁਤ ਮਹਾਨ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜੀ ਬਾਬਾ ਜੀ ਜਦੋਂ ਆਪਣੇ ਬਜ਼ੁਰਗ ਬਹਿ ਕੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੱਚਿਆਂ ਨੂੰ, ਨਿਆਣਿਆਂ ਨੂੰ, ਆਪਣੇ ਪੋਤੇ ਪੋਤੀਆਂ, ਦੋਤਿਆਂ ਨੂੰ ਦੱਸਦੇ ਹੈ ਤੇ ਸ਼ੁਰੂਆਤ ਤਾਂ ਕੁਰਬਾਨੀ ਦੇ ਨਾਲ ਹੁੰਦੀ ਹੈ। ਭਾਵੇਂ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਪਿਤਾ ਜੀ ਗੁਰੂ ਸਾਹਿਬਾਨ ਨੂੰ ਤਿਆਗਿਆ, ਜਾਂ ਜਦੋਂ ਉਹਨਾਂ ਦੀ ਉਮਰ ਸੀਗੀ ਆਪਣੇ ਬੱਚਿਆਂ ਨੂੰ ਅੱਗੇ ਵੱਡੇ ਹੁੰਦੇ ਹੋਏ ਵੇਖਣ ਦੀ, ਉਹਨਾਂ ਨੂੰ ਵੀ ਤਿਆਗਤਾ। ਸੋ ਬਾਬਾ ਜੀ ਜਦੋਂ ਅਸੀਂ ਬੱਚਿਆਂ ਤੱਕ ਇਹ ਗੱਲ ਪਹੁੰਚਾਉਣੀ ਹੁੰਦੀ, ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਦੱਸਣਾ ਚਾਹੀਦਾ ਹੈ
ਇਸ ਕੁਰਬਾਨੀ ਬਾਰੇ ਐਂਡ ਕੀ ਇਹਦੀ ਅਹਿਮੀਅਤ ਹੈਗੀ ਅੱਜ ਦੀ ਡੇਟ ਦੇ ਵਿੱਚ ਵੀ ਸਾਡੀ ਕੌਮ ਲਈ? ਦੇਖੋ, ਜਿਹੜਾ ਤੁਹਾਡਾ ਇਤਿਹਾਸ ਹੈ ਉਹ ਤੁਹਾਡੀ ਵਿਰਾਸਤ ਹੁੰਦੀ ਆ। ਇਤਿਹਾਸ ਇੱਕ ਉਹ ਸ਼ੀਸ਼ਾ ਹੈ ਜਿਹਦੇ ਵਿੱਚੋਂ ਅਸੀਂ ਆਪਣੀ ਕੌਮ ਦਾ ਪਾਸਟ ਔਰ ਪ੍ਰੈਜ਼ੈਂਟ ਔਰ ਫਿਊਚਰ ਦੇਖਣਾ ਹੁੰਦਾ ਹੈ ਔਰ ਉਹ ਤੋਂ ਸੇਧ ਲੈਣੀ ਹੁੰਦੀ ਹੈ। ਉਹਦੇ ਚੋਂ ਇੱਕ ਰਿਫਲੈਕਸ਼ਨ ਸਾਨੂੰ ਨਜ਼ਰ ਆਉਂਦਾ, ਜਿਵੇਂ ਸ਼ੀਸ਼ੇ ਨੂੰ ਦੇਖ ਕੇ ਸਾਨੂੰ ਰਿਫਲੈਕਸ਼ਨ ਆਪਣੇ ਸਾਬਤ ਸੂਰਤ ਨਜ਼ਰ ਆਉਂਦੀ ਆ। ਇਤਿਹਾਸ ਦੇਖਣ ਦੇ ਨਾਲ ਸਾਨੂੰ ਆਪਣਾ ਪਾਸਟ, ਪ੍ਰੈਜ਼ੈਂਟ ਔਰ ਫਿਊਚਰ ਉਹਦੇ ਚੋਂ ਨਜ਼ਰ ਆਉਂਦਾ ਹੈ। ਸਭ ਤੋਂ ਵੱਡੀ ਜ਼ਰੂਰੀ ਗੱਲ ਹੁੰਦੀ ਆ ਕਿ ਤੁਸੀਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਤਿਹਾਸ ਪੜ੍ਹਾਉਣਾ ਹੈ। ਜਿਹੜੀ ਇੱਕ ਚੀਜ਼ ਸਾਡੇ ਵਿੱਚੋਂ ਮਿਸਿੰਗ ਹੋਈ ਆ, ਪੁਰਾਣੇ ਸਮੇਂ ਦੇ ਸਾਡੀਆਂ ਜਿਹੜੀਆਂ ਸਾਂਝੇ ਪਰਿਵਾਰ ਹੁੰਦੇ ਸੀ, ਯੂਨਾਈਟਿਡ ਫੈਮਲੀਜ਼, ਉਹਨਾਂ ਦੇ ਵਿੱਚ ਸਾਡੀਆਂ ਦਾਦੀਆਂ ਤੇ ਨਾਨੀਆਂ ਬੱਚਿਆਂ ਨੂੰ ਗੋਦ ਵਿੱਚ ਬਿਠਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਗੱਲਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੀਆਂ, ਭਾਈ ਤਾਰੂ ਸਿੰਘ ਵਰਗਿਆਂ ਦੀ ਲਾਸਾਨੀ ਸ਼ਹਾਦਤ ਦੀਆਂ, ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਦੀਆਂ ਉਹਨਾਂ ਨੂੰ ਸਾਖੀਆਂ ਸੁਣਾਉਂਦੀਆਂ ਸੀ, ਜਿਹੜੀਆਂ ਕਿ ਅੱਜ ਦੇ ਸਮੇਂ 'ਚ, ਅੱਜ ਦੀ ਪੀੜ੍ਹੀ 'ਚ ਕਿਤੇ ਨਾ ਕਿਤੇ ਉਹ ਮਿਸਿੰਗ ਹੈ ਤੇ ਇਹਨੂੰ ਮੁੜ ਕੇ ਜੋੜਨ ਦੀ ਜ਼ਰੂਰਤ ਆ। ਔਰ ਇਸ ਚੀਜ਼ ਨੂੰ ਅਸੀਂ ਸਾਡੇ ਅਦਾਰੇ, ਗੁਰਦੁਆਰਾ ਸਾਹਿਬਾਨ, ਸਾਡੇ ਸਕੂਲ ਔਰ ਕਾਲਜ, ਜਿਹੜੇ ਖਾਲਸਾ ਕਾਲਜ ਸਕੂਲ ਨੇ, ਇਹਨਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਮੁੜ ਕੇ ਸੁਰਜੀਤ ਕੀਤਾ ਜਾ ਸਕਦਾ ਕਿ ਬੱਚਿਆਂ ਨੂੰ, ਜਿਹੜੇ ਛੋਟੇ ਬੱਚੇ ਨੇ, ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਉਸ ਇਤਿਹਾਸ ਦੇ ਨਾਲ ਜੋੜਿਆ ਜਾਏ। ਪਰ ਜਦੋਂ ਮੈਂ ਇਹਨੂੰ ਦੋ ਹਿੱਸਿਆਂ 'ਚ ਵੰਡਦਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਟੌਪਿਕ ਆ ਉਹ ਆਪਣੇ ਆਪ 'ਚ ਬਿਲਕੁਲ ਵੱਖਰਾ ਹੈ। ਉਹਦੇ ਲਈ ਮੈਂ ਕਿਤੇ ਵੱਖਰੇ ਸਮੇਂ 'ਚ ਤੁਹਾਡੇ ਨਾਲ ਸਾਂਝ ਪਾਵਾਂਗਾ। ਉਹ ਬਿਲਕੁਲ ਇੱਕ ਵੱਖਰਾ ਹੈ। ਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬ ਪ੍ਰਵਾਨਿਤ ਸ਼ਖਸੀਅਤ ਸੀ। ਉਹਨਾਂ ਦੀਆਂ ਬਹੁਤ ਸਾਰੀਆਂ ਜੰਗਾਂ ਭਾਵੇਂ ਮੁਗਲਾਂ ਦੇ ਨਾਲ, ਪਹਾੜੀ ਰਾਜਿਆਂ ਦੇ ਨਾਲ ਤੇ ਮੁਗਲਾਂ ਨਾਲ ਹੋਈਆਂ, ਮੁਗਲ ਸਾਮਰਾਜ ਦੇ ਨਾਲ ਹੋਈਆਂ, ਪਰ ਜਦੋਂ ਉਹਨਾਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਇੱਕ ਮੁਸਲਮਾਨ ਫਕੀਰ ਨੂੰ ਇਲਹਾਮ ਹੋਇਆ ਕਿ ਜਿਹਨੇ ਉਸ ਦਿਨ ਦੀ ਜਿਹੜੀ ਨਵਾਜ਼ ਸੀ, ਸਾਈਂ ਭੀਖਮ ਸ਼ਾਹ ਜੀ ਨੇ, ਜਿਹੜੇ ਪੰਜਾਬ ਦੇ ਰਹਿਣ ਵਾਲੇ ਸੀ, ਉਹ ਕਾਬਾ ਸ਼ਰੀਫ ਵੱਲ ਨੂੰ ਮੂੰਹ ਕਰਕੇ ਨਹੀਂ ਅਦਾ ਕੀਤੀ, ਉਹ ਪਟਨਾ ਸਾਹਿਬ ਵੱਲ ਨੂੰ ਮੂੰਹ ਕਰਕੇ ਉਹਨੇ ਨਵਾਜ਼ ਅਦਾ ਕੀਤੀ। ਤੇ ਜਦੋਂ ਉਹਦੇ ਸੇਵਕਾਂ ਨੇ ਪੁੱਛਿਆ ਕਿ ਪੀਰ ਜੀ, ਅੱਜ ਤੁਸੀਂ ਕਾਬਾ ਸ਼ਰੀਫ ਵੱਲ, ਮੱਕੇ ਵੱਲ ਮੂੰਹ ਕਰਕੇ, ਜਿਹੜਾ ਕਿ ਮੁਸਲਮਾਨਾਂ ਲਈ ਕੋਡ ਆਫ ਕੰਡਕਟ ਹੈ, ਤੁਸੀਂ ਉਸ ਪਾਸੇ ਵੱਲ ਆਪਣਾ ਮੁਖ ਕਰਕੇ ਨਵਾਜ਼ ਅਦਾ ਨਹੀਂ ਕੀਤੀ, ਤਾਂ ਉਹਦਾ ਜਵਾਬ ਸੀ ਕਿ ਜਿਸ ਅੱਲਾ ਦਾ ਨੂਰ ਮੈਂ ਨਵਾਜ਼ ਅਦਾ ਕਰਦੇ ਸਮੇਂ ਕਾਬਾ ਸ਼ਰੀਫ ਦੇ ਵਿੱਚੋਂ ਮੈਂ ਦੇਖਦਾ ਸੀ, ਅੱਜ ਮੈਨੂੰ ਪੂਰਬ ਦੇ ਵਿੱਚ ਉਹ ਪਟਨੇ ਦੀ ਧਰਤੀ ਤੇ ਨਜ਼ਰ ਆ ਰਿਹਾ, ਕਿਉਂਕਿ ਉੱਥੇ ਇੱਕ ਪੈਗੰਬਰ ਦਾ ਉੱਥੇ ਪ੍ਰਕਾਸ਼ ਹੋਇਆ। ਤੇ ਮੁਰੀਦਾਂ ਦੇ ਪੁੱਛਣ ਤੋਂ ਉਹਨਾਂ ਨੇ ਦੱਸਿਆ ਤੇ ਮੁਰੀਦਾਂ ਨੇ ਕਿਹਾ ਕਿ ਅਸੀਂ ਵੀ ਉਹਦੇ ਦੀਦਾਰ ਕਰਨੇ ਆ। ਪੰਜਾਬ ਦੀ ਧਰਤੀ ਤੋਂ ਉਹ, ਜਦੋਂ ਕਿ ਕੋਈ ਸੈੱਲ ਫੋਨ ਨਹੀਂ ਸੀ ਹੁੰਦੇ, ਕਮਿਊਨੀਕੇਸ਼ਨ ਨਹੀਂ ਸੀ ਹੁੰਦਾ, ਉਹ ਫਕੀਰ ਆਪਣੇ ਸੇਵਕਾਂ ਨੂੰ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਗਿਆ। ਇਟ ਮੀਨਸ ਗੁਰੂ ਗੋਬਿੰਦ ਸਿੰਘ ਜੀ ਉਹ ਕੋਈ ਸਧਾਰਨ ਸ਼ਖਸੀਅਤ ਨਹੀਂ ਸਨ, ਉਹ ਖੁਦਾ ਦਾ ਨੂਰ ਸੀ, ਮਹਾਰਾਜ ਅਕਾਲ ਪੁਰਖ ਦੀ ਭੇਜੀ ਇੱਕ ਮਹਾਨ ਸ਼ਖਸੀਅਤ ਸੀ। ਮੈਂ ਇਹਨੂੰ ਹੋਰ ਸੰਖੇਪ ਕਰਾਂ, ਔਰ ਬਚਪਨ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੀ ਸ਼ੁਰੂਆਤ ਸੀ ਉਹਨਾਂ ਦੀ, ਉਹ ਤੀਰ ਕਮਾਨ ਤੇ ਸ਼ਸਤਰਾਂ ਦੇ ਨਾਲ ਹੋਈ। ਸਾਨੂੰ ਵੀ ਉਹ ਤੋਂ ਸੇਧ ਲੈ ਕੇ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ, ਗੱਤਕੇ ਦੀ ਸਿੱਖਿਆ ਦੇ ਨਾਲ, ਜਿਹੜਾ ਕਿ ਸਾਡਾ ਇੱਕ ਵਿਰਾਸਤ ਹੈ, ਉਹਦੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ। ਬਿਲਕੁਲ, ਇਹ ਮੈਂ ਮੈਸੇਜ ਸਮੁੱਚੀ ਸਿੱਖ ਕੌਮ ਨੂੰ ਦਿਆਂਗਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਇਹ ਸਪੈਸ਼ਲ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ, ਜਿੱਥੇ ਸਾਰੀ ਸਿੱਖ ਕੌਮ, ਸਿੱਖ ਪੰਥ ਅੱਜ ਰਿਣੀ ਹੈ, ਧੰਨਵਾਦੀ ਹੈ, ਮੈਂ ਕਹਾਂਗੀ ਇਨ ਡੈਟ ਹੈਗਾ 10ਵੇਂ ਪਾਤਸ਼ਾਹ ਦੀ ਉਸ ਕੁਰਬਾਨੀ ਨੂੰ ਲੈ ਕੇ, ਉਸ ਇੱਕ
ਜ਼ਿੰਦਗੀ ਜੀਣ ਦੇ ਤਰੀਕੇ ਨੂੰ ਲੈ ਕੇ, ਜਿਹਦੇ ਕਰਕੇ ਅੱਜ ਅਸੀਂ ਸਾਰੇ ਇੱਥੇ ਖੜੇ ਹਾਂ, ਆਪਣੇ ਆਪ ਨੂੰ ਸਿੱਖ ਕਹਿਲਵਾਉਂਦੇ ਹਾਂ। ਅਤੇ ਵਿਚਾਰ ਕਰਨ ਦੀ ਅੱਜ ਇਸ ਕਰਕੇ ਲੋੜ ਹੈ ਕਿ ਕਿਤੇ ਨਾ ਕਿਤੇ ਉਹ ਸਾਖੀਆਂ, ਉਹ ਬਾਣੀਆਂ ਪੂਰੀ ਤਰ੍ਹਾਂ ਸਾਡੀ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚ ਰਹੀਆਂ। ਸੋ ਇਹ ਪ੍ਰੋਗਰਾਮ ਦੇ ਨਾਲ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਸ਼ਾਇਦ ਤੁਹਾਡੇ ਵੀ ਅੱਜ ਲਿਵਿੰਗ ਰੂਮ ਦੇ ਵਿੱਚ, ਡਾਈਨਿੰਗ ਰੂਮ ਦੇ ਵਿੱਚ ਬੱਚਿਆਂ ਦੇ ਨਾਲ ਇਸ ਟੌਪਿਕ ਉੱਤੇ ਗੱਲ ਸ਼ੁਰੂ ਹੋਏ ਕਿ ਕਿਉਂ ਸਾਨੂੰ ਗੁਰੂ ਸਾਹਿਬਾਨ ਦੀ ਲੈਗੇਸੀ ਬਾਰੇ ਗੱਲ ਕਰਨੀ ਜ਼ਰੂਰੀ ਹੈ, ਨਾ ਕਿ ਸਿਰਫ ਉਹਨਾਂ ਦੇ ਪ੍ਰਕਾਸ਼ ਉਤਸਵ ਜਾਂ ਸ਼ਹੀਦੀ ਉਤਸਵ 'ਤੇ, ਬਟ ਲਗਾਤਾਰ। ਸਾਡੇ ਨਾਲ ਜੁੜੇ ਹੋਏ ਹਨ ਸ਼ਿਕਾਗੋ ਤੋਂ ਬਾਬਾ ਜੀ ਦਲਜੀਤ ਸਿੰਘ ਜੀ, ਸ਼ਿਕਾਗੋ ਵਾਲੇ। ਬਾਬਾ ਜੀ, ਤੁਹਾਡਾ ਇੰਨਾ ਤਜਰਬਾ, ਤੁਸੀਂ ਕਿੰਨੇ ਦਹਾਕਿਆਂ ਤੋਂ ਸਿੱਖੀ ਵੱਲ ਆਪ ਦੀ ਸੇਵਾ ਲਗਾਈ ਹੋਈ ਹੈ, ਅਤੇ ਅੱਜ ਤੁਸੀਂ ਸਾਡੇ ਨਾਲ ਇੱਥੇ ਜੁੜੇ ਹੋ ਸ਼ਿਕਾਗੋ ਦੇ ਵਿੱਚ। ਤੁਸੀਂ ਕਿੰਨੇ ਸਾਲਾਂ ਤੋਂ ਉੱਥੇ ਗੁਰਦੁਆਰਾ ਸਾਹਿਬ ਪੈਲੇਂਟਾਈਨ ਦੇ ਵਿੱਚ ਸੇਵਾ ਦਿੱਤੀ, ਅਤੇ ਮੈਨੂੰ ਖੁਸ਼ੀ ਹੈ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਬੱਚਿਆਂ ਤੱਕ ਉਹ ਗੱਲਾਂ ਕਿਸ ਤਰ੍ਹਾਂ ਅਸੀਂ ਪਹੁੰਚਾਉਣੀਆਂ, ਕਿ ਤੁਹਾਡੇ ਵਰਗੇ ਵਿਦਵਾਨ ਸਾਡੇ ਨਾਲ ਜੁੜ ਕੇ ਇਨ ਗੱਲਾਂ ਨੂੰ ਅੱਗੇ ਪਹੁੰਚਾ ਸਕਦੇ ਹੈ। ਬਾਬਾ ਜੀ, ਤੁਸੀਂ ਸਾਨੂੰ ਕੁਛ ਮਾੜੀ ਜੀ ਉਹ ਡੀਟੇਲਸ ਦੱਸ ਰਹੇ ਸੀ ਜੋ ਸ਼ਾਇਦ ਮਾਮੂਲੀ ਲੋਕਾਂ ਨੂੰ ਨਾ ਪਤਾ ਹੋਏ, ਸਾਡੇ ਬਜ਼ੁਰਗਾਂ ਨੂੰ ਤਾਂ ਸ਼ਾਇਦ ਪਤਾ ਹੋਣਗੀਆਂ, ਬਟ ਅਗਲੀ ਪੀੜ੍ਹੀ ਨੂੰ ਨਾ ਪਤਾ ਹੋਏ। ਮੈਂ ਚਾਹਾਂਗੀ ਇਹੋ ਜਿਹੀ ਹੋਰ ਕੁਛ ਅਨਨੋਨ ਫੈਕਟਸ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਆਪਾਂ ਇਹ ਕਹਿ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆਪਾਂ ਜਿਹਦੇ ਵਿੱਚੋਂ ਕੁਛ ਬੱਚਿਆਂ ਨੂੰ ਸੇਧ, ਮੈਂ ਆਈ ਵਿਲ ਟੱਚ ਐਵਰੀਥਿੰਗ। ਸਭ ਤੋਂ ਪਹਿਲੀ ਗੱਲ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਜੇ ਉਹਨਾਂ ਦੀ 9 ਸਾਲ ਦੀ ਉਮਰ ਸੀ, ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਆਏ, ਤੇ ਉਹ ਆਪਣੀ ਦਰਦ ਭਰੀ ਵਿਥਿਆ ਦੱਸ ਰਹੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ 9 ਸਾਲ ਦੀ ਉਮਰ ਸੀ, ਤੇ ਹਜ਼ੂਰ ਨੇ ਪੁੱਛਿਆ ਕਿ ਪਿਤਾ ਜੀ ਇਹ ਕੌਣ ਨੇ? ਤੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਰੀ ਗੱਲ ਦੱਸੀ ਕਿ ਕਸ਼ਮੀਰ ਤੋਂ ਆਏ ਨੇ ਪੰਡਤ, ਇਹਨਾਂ ਦਾ ਧਰਮ ਖਤਰੇ 'ਚ ਹੈ, ਤੇ ਇਹਨਾਂ ਦੀ ਧਰਮ ਨੂੰ ਬਚਾਉਣ ਲਈ ਕਿਸੇ ਮਹਾਂਪੁਰਖ ਦੀ ਸ਼ਹਾਦਤ ਦੀ ਜ਼ਰੂਰਤ ਹੈ। 9 ਸਾਲ ਦੀ ਉਮਰ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਖ ਇਸ ਦੁਨੀਆ 'ਚ ਅੱਜ ਕੌਣ ਹੈ? ਕੋਈ ਨਹੀਂ। ਇਟ ਵਾਸ ਅਮੇਜ਼ਿੰਗ ਕਿ 9 ਸਾਲ ਦਾ ਬੱਚਾ ਆਪਣੇ ਪਿਤਾ ਨੂੰ ਕਹਿ ਰਿਹਾ ਹੈ। ਦੈਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਹੀ ਮੇਕ ਹਿਸ ਮਾਈਂਡ to sacrifice himself for the humanity and the people who was the victim, ਤੇ ਉਹਨਾਂ ਨੇ ਸ਼ਹਾਦਤ ਦੇਣ ਦਾ ਮਨ ਬਣਾਇਆ। ਅਸੀਂ ਵੀ ਆਪਣੇ ਬੱਚਿਆਂ ਨੂੰ ਜਦੋਂ ਆਪਣੇ ਵਿਰਸੇ ਨਾਲ ਜੋੜਾਂਗੇ, ਉਹਨਾਂ ਵਿੱਚ ਅਜਿਹੀ ਡੇਅਰਿੰਗ ਪਰਸਨੈਲਿਟੀ ਆਏਗੀ, ਔਰ ਸਿੱਖ ਦੀ ਤੇ ਜਿਹੜੀ ਪਰਸਨੈਲਿਟੀ ਹੈ ਜੋ ਗੁਰੂ ਸਾਹਿਬ ਨੇ ਉਹਨੂੰ ਦਿੱਤਾ, ਉਹ ਚੜ੍ਹਦੀ ਕਲਾ ਦਾ ਇੱਕ ਸੰਕਲਪ ਦਿੱਤਾ ਹੈ ਕਿ ਸਿੱਖੀ ਨਾ ਹੀ ਚੜ੍ਹਦੀ ਕਲਾ ਦਾ ਹੈ। ਔਰ ਦੂਸਰੀ ਗੱਲ, ਕਿਉਂਕਿ ਅੱਜ ਆਪਾਂ ਇਹ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ, ਸਾਡੀ ਯੰਗ ਜਨਰੇਸ਼ਨ ਆ, ਨਿਊ ਜਨਰੇਸ਼ਨ ਆ, ਉਹਨਾਂ ਨੂੰ ਸੇਧ ਮਿਲਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਤੋਂ। ਇਸ ਲਈ ਜਦੋਂ ਬਚਪਨ ਵਿੱਚ ਸੀ, ਉਹਨਾਂ ਦੀ ਉਹਨਾਂ ਘਟਨਾਵਾਂ ਦਾ ਮੈਂ ਜ਼ਿਕਰ ਕਰਾਂਗਾ ਕਿ ਹਾਊ ਡੇਅਰਿੰਗ ਹੀ ਵਾਸ। ਤੇ ਜਦੋਂ ਇਹ ਗੱਲਾਂ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਉਹਨਾਂ ਬੱਚਿਆਂ ਦੇ ਮਨ ਵਿੱਚ ਵੀ ਇੱਕ ਚੜ੍ਹਦੀ ਕਲਾ ਦਾ ਸੰਕਲਪ, ਇੱਕ ਡੇਅਰਿੰਗ ਮੈਸੇਜ ਉਹਨਾਂ ਦੇ ਮਨ 'ਚ ਆਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੇ ਮਹਾਨ ਸੀ, ਇੰਨੇ ਡੇਅਰਿੰਗ ਸੀ ਆਪਣੀ ਇਸ ਉਮਰ 'ਚ, ਤੇ ਸਾਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸੇਧ ਲੈਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਦਿੱਲੀ ਦੀ ਧਰਤੀ ਤੇ ਦਿੱਲੀ ਚਲੇ ਗਏ ਨੇ, ਔਰੰਗਜ਼ੇਬ ਨੇ ਉਹਨਾਂ ਨੂੰ ਕੈਦ ਕਰ ਲਿਆ, ਉਹਨਾਂ ਨੇ ਉੱਥੋਂ ਇੱਕ ਸਲੋਕ, ਜਿਹੜੇ ਗੁਰੂ ਪਾਤਸ਼ਾਹ ਜੀ ਦੇ 9ਵੇਂ ਪਾਤਸ਼ਾਹ ਦੇ ਸਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਉਹਨਾਂ ਦੇ ਵਿੱਚੋਂ ਇੱਕ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਇੱਕ ਸਿੱਖ ਭਾਈ ਊਦਾ ਜੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਲਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਖ ਕੇ ਭੇਜਿਆ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋਤ ਸਹਾਏ। ਇਹ ਸਲੋਕ ਲਿਖ ਕੇ ਭੇਜਿਆ ਔਰ ਇਹਦਾ ਜਵਾਬ ਮੰਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦਾ ਜਵਾਬ ਲਿਖ ਕੇ ਉਹ ਸਿੱਖ ਦੇ ਰਾਹੀਂ ਗੁਰੂ ਸਾਹਿਬ ਕੋਲ ਭੇਜਿਆ। ਬਲ ਹੋਆ
बंधन छुटे सब किश होत उपाय, नानक सब कुछ तुमरे हाथ में है, तुम ही होत सहाय। ਉਹਦਾ ਜਵਾਬ ਸੀ। ਔਰ ਕਿਸੇ ਕਿਸੇ ਪੁਰਾਤਨ ਸਰੂਪਾਂ 'ਚ ਜਿਹੜੇ ਹੱਥ ਲਿਖਤ ਸਰੂਪ ਨੇ ਉਹਨਾਂ ਵਿੱਚ ਇਹ ਸ਼ਲੋਕ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖ ਕੇ ਭੇਜਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵਾਪਸ ਜਵਾਬ ਦੇ 'ਚ, ਉਹਦੇ ਤੇ ਮਹੱਲਾ 10ਵਾਂ ਵੀ ਕਿਤੇ ਕਿਤੇ ਪੁਰਾਣੀਆਂ ਸਰੂਪਾਂ 'ਚ ਪੁਰਾਣੀਆਂ ਬੀੜਾਂ 'ਚ ਲਿਖਿਆ ਮਿਲਦਾ ਹੈ। ਔਰ ਇਹਦੇ ਵਿੱਚੋਂ ਅਸੀਂ ਜਦੋਂ ਮੈਸੇਜ ਲੈਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਡੇਅਰਿੰਗ ਹਿੰਮਤ ਭਰਿਆ ਜਵਾਬ ਵਾਪਸ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਭੇਜਿਆ, ਔਰ ਜਿਹਨੂੰ ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੀ ਬਿਕਮ ਸੈਟਿਸਫਾਈਡ ਕਿ ਸਾਹਿਬਜ਼ਾਦੇ ਦਾ ਜਿਹੜਾ ਜਵਾਬ ਆਇਆ ਉਹ ਬਹੁਤ ਚੜ੍ਹਦੀ ਕਲਾ ਵਾਲਾ ਹੈ, ਢਹਿੰਦੀ ਕਲਾ ਵਾਲਾ ਨਹੀਂ। ਜਦੋਂ ਕਿ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹੁਣ ਸ਼ਹਾਦਤ ਹੋਏਗੀ, ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਔਰ ਉਹ ਮੈਸੇਜ ਆਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਜਿਹੜੀ ਗੁਰਗੱਦੀ ਦੀ ਰਸਮ ਸੀ 5 ਪੈਸੇ ਤੇ ਨਾਰੀਅਲ, ਉਹ ਸਿੱਖ ਰਾਹੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੇਜਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 10ਵੇਂ ਗੁਰੂ ਜੀ ਦੀ ਜਿਹੜੀ ਰਸਮ ਸੀ 10ਵੇਂ ਪਾਤਸ਼ਾਹ ਦੀ ਉਹਨਾਂ ਦਾ ਗੁਰਗੱਦੀ ਤੇ ਬੈਠਣ ਦੀ, ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀ ਗਈ 9 ਸਾਲ ਦੀ ਉਸ ਉਮਰ ਦੇ ਵਿੱਚ। ਮਤਲਬ ਦੈਟ ਇਜ਼ ਵੈਰੀ ਡੇਅਰਿੰਗ ਪਾਰਟ, ਬਹੁਤ ਚੜ੍ਹਦੀ ਕਲਾ ਵਾਲਾ ਜਿਹੜਾ ਪਾਰਟ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ 'ਚੋਂ, ਉਹਨਾਂ ਦੀ ਹਿਸਟਰੀ 'ਚੋਂ ਸਾਨੂੰ ਮਿਲਦਾ ਹੈ, ਜਿਹ ਤੋਂ ਅਸੀਂ ਖੁਦ ਵੀ ਔਰ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹਾਂ ਕਿ ਆਹ ਦੇਖੋ ਕਿ ਇੰਨੀ ਮੁਸ਼ਕਲ ਦੇ ਵਿੱਚ ਜਦੋਂ ਉਹਨਾਂ ਦੇ ਪਿਤਾ ਜੀ ਔਰੰਗਜ਼ੇਬ ਬਾਦਸ਼ਾਹ ਦੀ ਕੈਦ ਵਿੱਚ ਨੇ ਔਰ ਉਹਨਾਂ ਨੂੰ ਸਜ਼ਾਏ ਮੌਤ ਦਾ ਫਤਵਾ ਦਿੱਤਾ ਗਿਆ, ਔਰ ਇਸ ਉਮਰ ਵਿੱਚ ਵੀ ਉਹ ਇੰਨੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ, ਤੇ ਸਾਡੇ ਲਈ ਸਮੱਸਿਆਵਾਂ ਕੁਝ ਵੀ ਨਹੀਂ, ਦੇ ਆਰ ਨਥਿੰਗ ਫॉर ਅਸ। ਔਰ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦਾ ਜਿਹੜਾ ਪੈਗਾਮ ਹੈ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨ ਤੋਂ ਮਿਲਦਾ ਹੈ। ਬਾਬਾ ਜੀ, ਜਦੋਂ ਅਸੀਂ ਚੜ੍ਹਦੀ ਕਲਾ ਵੱਲ ਅੱਜ ਵੇਖਦੇ ਹਾਂ, ਇਹ ਇੱਕ ਇੰਨਾ ਲਾਈਕ ਮੈਨੂੰ ਇੰਨਾ ਮਾਣ ਮਹਿਸੂਸ ਹੁੰਦਾ ਹੈ, ਇੱਕ ਇੰਨਾ ਇਨਫੇਮਸ ਫਰੇਜ਼ ਬਣ ਗਿਆ। ਜਦੋਂ ਵੀ ਸਿੱਖਾਂ ਦੀ ਕੋਈ ਵੀ ਸਟੋਰੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਤੁਸੀਂ ਵੇਖਦੇ ਹੋ, ਭਾਵੇਂ ਜਦੋਂ ਕੋਵਿਡ ਹੋਇਆ ਜੋ ਸੇਵਾਵਾਂ ਲੱਗੀਆਂ ਦੁਨੀਆ ਭਰ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ, ਜਾਂ ਉਸ ਤੋਂ ਬਾਅਦ ਜਦੋਂ ਹੋਰ ਕੋਈ ਵੀ ਇਸ਼ੂਜ਼ ਜਾਂ ਵੱਡੇ ਇੰਸੀਡੈਂਟਸ ਹੁੰਦੇ ਜਿੱਥੇ ਸਿੱਖ ਖੜ ਕੇ ਮਦਦ ਕਰਦੇ ਆ, ਸੇਵਾਵਾਂ ਨਿਭਾਉਂਦੇ ਆ, ਉੱਥੇ उन आर्टिकल्स दे विच, उन पब्लिकेशनस दे विच रैकगनाइज किया जाता है कि सिख कम्यूनिटी दे विच एक इहो जा बलीफ है चढ़दी कला। मैं किन्ने आर्टिकल्स दे विच यह लफ्ज़ प्रिंट होया होया वेख्या एंड आप देखिया कि किस तरह अमेरिकन या वैसटर्न मीडिया एक्सप्लेन करता है इनू चढ़दी कला, इटर्नल ऑप्टिमिज्म या ऑलवेज अपवर्ड एंड ऑनवर्ड, फॉरएवर अपवर्ड, राइट। एंड खुशी हुंदी है वेख के कि गुरु साहिबान दी एक ओह शुरू की हुई लहर एक माइंडसैट बन के अज दुनिया दे विच फैल रहा है, सिख कौम तो भी बाहर, कि यह फ्रेज एक इनफेमस फ्रेज बन रहा है दिन बर दिन कि सिख कौम चढ़दी कला वाली कौम हैगी। एंड दुनिया नूं पता लग रहा है कि चढ़दी कला दा की मीनिंग हुंदा है साडे एक्शनस वाल वेख के। किन्नी चीज़ां बारे असी साडे दिमाग च ख्याल आंदे आ, भावें वो विसाखी दा दिवस होए, तिहार होए, भावें साडे गुरु साहिबाना दी जो कुर्बानियां हैगियां जिन्हां करके असी इत्थे तक पहुँचे हैं। बट असी अज गल कर रहे हैं 10वें पातशाह गुरु गोबिंद सिंह जी, जिन्हां दी एक मोर सिक्खी उत्ते इस तरह की लग गई कि दुनिया अज याद करती है उस संत सिपाही नूं, उस गुरु साहिबान नूं जिहदे करके सिक्खी कायम है। साडे नाल जुड़े हुए हैं शिकागो तो बाबा जी दलजीत सिंह जी, शिकागो वाले। बाबा जी, अज दी डेट दे विच you know western culture ਦੇ ਵਿੱਚ ਕਿਹਾ ਜਾਂਦਾ ਹੈ oh life is all about balance, ਕੁਝ ਹੋਰ ਧਰਮਾਂ ਤੋਂ ਕਲਚਰ ਤੋਂ ਅਸੀਂ ਯਿੰਗ ਐਂਡ ਯੈਂਗ ਦਾ ਕਨਸੈਪਟ ਵੀ ਵੇਖਦੇ ਹਾਂ ਕਿ ਤੁਸੀਂ ਜਿੰਨੀ ਤੁਸੀਂ ਮਿਹਨਤ ਕਾਰੋਬਾਰ ਦੇ ਵਿੱਚ ਕਰਦੇ ਹੋ ਪਰਿਵਾਰ ਦੇ ਨਾਲ ਵੀ ਉਨੀ ਕਰੋ, ਜਿੰਨੀ ਤੁਸੀਂ ਇੰਜੋਇਮੈਂਟ ਕਰਦੇ ਹੋ ਉਨੇ ਤੁਸੀਂ ਸੇਵਾ ਵੱਲ ਵੀ ਲੱਗੋ। ਜਦੋਂ ਅਸੀਂ ਗੁਰੂ ਸਾਹਿਬਾਨ ਵੱਲ ਵੇਖਦੇ ਹਾਂ, 10ਵੇਂ ਪਾਤਸ਼ਾਹ ਵੱਲ ਵੇਖਦੇ ਹਾਂ, ਕੀ ਅਸੀਂ ਸਿੱਖ ਸਕਦੇ ਹਾਂ इस बैलेंस नूं अचीव करने लिए अपनी डे टू डे लाइफ दे विच?
देखो गुरु साहब की जिंदगी का हर पक्ष, उन्होंने हर घटना वो अपने आप च एक बहुत पूर्ण और बड़ी यूनीक घटना जिहो जी दुनिया च कदे पहला नहीं हुई। हर घटना उन्होंने जिंदगी की और हर घटना के विचों जिहड़ा सानू मैसेज मिलता है वो चढ़ती कला का मिलता है। पहली गल तो यह है बैलेंस बंदा तद रख सकता है जो चढ़ती कला विच रहिंदा है। चढ़ती कला दे जे आपां गुरमत दे पक्ष तो देखिए तो वाहिगुरू की रजा विच रहना, जदों बंदा डोलदा है वो वाहिगुरू की रजा विच नहीं हुंदा। दुख और सुख विच एक समान जे वो ये समझदा कि मैं वाहिगुरू की रजा विच उहदे भाणे विच रहिंदा है ਤਾਂ ਹੀ ਉਹ बैलेंस बना के रख सकदा। नहीं तो अप और डाउन ਜਦੋਂ ਬੰਦੇ ਕੋਲੇ ਪੈਸਾ ਆਉਂਦਾ ਹੈ, ਸ਼ੋਹਰਤ ਆਉਂਦੀ ਆ ਤੇ ਉਹ ਆਪਣੇ ਟਰੈਕ ਤੋਂ ਹਿੱਲ ਜਾਂਦਾ ਹੈ, ਤੇ ਜਦੋਂ ਉਹ ਕਿਤੇ ਡਾਊਨਫਾਲ ਹੁੰਦਾ ਉਦੋਂ ਵੀ ਆਪਣੇ ਟਰੈਕ ਤੋਂ ਹਿੱਲ ਜਾਂਦਾ ਹੈ। ਜਦੋਂ ਉਹ ਭਾਣੇ 'ਚ ਰਹਿੰਦਾ ਤੇ ਚੜ੍ਹਦੀ ਕਲਾ ਵੀ ਉਦੋਂ ਆਉਂਦੀ ਆ। ਤੇ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਦੇ ਆਪਣੀਆਂ ਉਹਨਾਂ ਨੇ ਰਚਨਾਵਾਂ 'ਚ ਇੱਕ ਥਾਂ ਤੇ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਕਿ ਇਹ ਸਿੱਖੀ ਦੀ ਡੈਫੀਨੇਸ਼ਨ ਹੈ, ਸੁਰਤ ਨੂੰ ਬਲਵਾਨ ਕਰਨਾ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਬੈਲੈਂਸ ਬਣਾ ਕੇ ਰੱਖਿਆ ਉਹ ਚੜ੍ਹਦੀ ਕਲਾ ਦਾ ਹੀ ਇੱਕ ਪ੍ਰਤੀਕ ਹੈ। ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜ਼ਿੰਦਗੀ ਦੀਆਂ ਘਟਨਾਵਾਂ ਦੀ ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਭਾਈ ਜੈਤਾ ਜੀ ਸੀਸ ਲੈ ਕੇ ਆਏ, ਉਹ ਕੀਰਤਪੁਰ ਸਾਹਿਬ ਪਹੁੰਚੇ ਆ। ਕੀਰਤਪੁਰ ਸਾਹਿਬ ਪਹੁੰਚ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਸੁਨੇਹਾ ਭਿਜਵਾਇਆ ਕਿ ਮੈਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਆ ਗਿਆ, ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਸਿੱਖਾਂ ਨੂੰ ਲੈ ਕੇ ਇੱਕ ਪਾਲਕੀ ਲੈ ਕੇ ਕੀਰਤਪੁਰ ਸਾਹਿਬ ਆਏ ਨੇ, ਉੱਥੋਂ ਸੀਸ ਪਾਲਕੀ 'ਚ ਰੱਖਿਆ। ਤੇ ਜਿਹੜੇ ਸਿੱਖ ਗੁਰੂ ਨੂੰ ਬੜਾ ਪਿਆਰ ਕਰਦੇ ਸੀ ਉਹਨਾਂ ਨੇ, ਕਈ ਸਿੱਖਾਂ ਨੇ ਥੋੜਾ ਰੋਣਾ ਸ਼ੁਰੂ ਕੀਤਾ। ਮਹਾਰਾਜ ਨੇ ਕਿਹਾ ਨਹੀਂ, ਸ਼ਹੀਦ ਦੀ ਸ਼ਹਾਦਤ ਤੇ ਕਦੇ ਹੰਝੂ ਨਹੀਂ ਬਹਾਉਣਾ ਚਾਹੀਦਾ। ਸ਼ਹੀਦ ਦੀ ਸ਼ਹਾਦਤ ਤੇ ਹੰਝੂ ਬਹਾਉਣ ਨਾਲ ਉਹਦੀ ਸ਼ਹਾਦਤ ਬੜੀ ਛੋਟੀ ਹੋ ਜਾਂਦੀ ਆ। ਤੇ ਉਹਨਾਂ ਨੇ ਇੱਕ ਬੜੇ ਮਹਾਨ ਕਾਜ਼ ਲਈ ਸ਼ਹਾਦਤ ਦਿੱਤੀ ਆ, ਸੋ ਵੀ ਸ਼ੁਡਨਟ ਕਰਾਈ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਨੂੰ ਇੱਕ ਪਾਲਕੀ ਦੇ ਜੀ ਇੱਕ ਨਗਰ ਕੀਰਤਨ ਦੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਜਾਇਆ ਗਿਆ। ਔਰ ਜਦੋਂ ਉੱਥੇ ਸਤਿਗੁਰਾਂ ਦੇ ਸੀਸ ਨੂੰ ਉੱਥੇ ਸੰਸਕਾਰ ਕਰਨ ਲੱਗੇ ਤਾਂ ਫਿਰ ਕੁਝ ਸਿੱਖਾਂ ਨੇ ਥੋੜਾ ਵਿਰਲਾਪ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਇੱਕ ਪਿਆਰ ਕਰਦੇ ਸੀ ਸਤਿਗੁਰੂ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੇ ਅਕਾਲ ਬੁੰਗਾ ਜਗ੍ਹਾ ਬਣੀ ਹੋਈ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ। ਤੇ ਮਹਾਰਾਜ ਨੇ ਕਿਹਾ ਨਹੀਂ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਿਖਾ ਜਲ ਰਹੀ ਹੈ, ਉਹਨਾਂ ਦੇ ਦੇਹ ਉਹਨਾਂ ਦੇ ਸੀਸ ਦਾ ਸੰਸਕਾਰ ਹੋ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੇ ਉਹ ਚਿਖਾ ਵੱਲ ਦੇਖ ਰਹੇ ਨੇ ਔਰ ਨਾਲੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਕਿ ਸ਼ਹੀਦ ਦੀ ਸ਼ਹਾਦਤ ਤੇ ਵਿਰਲਾਪ ਨਹੀਂ ਕਰਨਾ, ਹੰਝੂ ਨਹੀਂ ਬਹਾਉਣੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਲਾਨ ਕੀਤਾ ਕਿ ਇਸ ਜ਼ਾਲਮ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਦੇ ਲਈ ਹੁਣ ਇੱਕ ਨਵਾਂ ਇਨਕਲਾਬ ਆਏਗਾ। ਔਰ ਇਸ ਤੋਂ ਵੱਡੀ ਉਦਾਹਰਨ ਚੜ੍ਹਦੀ ਕਲਾ ਦੀ ਕੋਈ ਨਹੀਂ ਮਿਲ ਸਕਦੀ ਕਿ ਇੱਕ 9 ਸਾਲ ਦਾ ਬਾਲਕ, ਉਹਦੇ ਪਿਤਾ ਦਾ ਸੀਸ ਦਾ ਸੰਸਕਾਰ ਹੋ ਰਿਹਾ, ਚਿਖਾ ਬਲ ਰਹੀ ਹੈ, ਸਿੱਖ ਸੰਗਤਾਂ ਖੜੀਆਂ ਨੇ, ਉਹ ਇੱਕ ਇਨਕਲਾਬੀ ਪਹਿਰਾ ਦੇ ਰਿਹਾ ਔਰ ਇਨਕਲਾਬੀ ਪੈਗਾਮ ਦੇ ਰਹੇ ਨੇ ਸਤਿਗੁਰੂ ਕਿ ਹੁਣ ਇਸ ਜ਼ਾਲਮ ਸਾਮਰਾਜ ਦੀ ਜੜ੍ਹਾਂ ਪੁੱਟਣ ਦੇ ਲਈ ਇੱਕ ਇਨਕਲਾਬ ਆਏਗਾ, ਇੱਕ ਖਾਲਸਾ ਪੰਥ ਦੀ ਸਿਰਜਣਾ ਹੋਏਗੀ, ਇੱਕ ਐਸੀ ਫੌਜ ਸਾਜੀ ਜਾਏਗੀ ਜਿਹੜੀ ਇਸ ਸਾਮਰਾਜ ਦੀਆਂ ਜੜ੍ਹਾਂ ਪੁੱਟੇਗੀ। ਇਹ ਚੜ੍ਹਦੀ ਕਲਾ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ ਔਰ ਇੱਕ ਬਹੁਤ ਵੱਡਾ ਪੈਗਾਮ ਹੈ। ਇਹੀ ਚੀਜ਼ ਸਾਨੂੰ ਆਪਣੀ ਜ਼ਿੰਦਗੀ 'ਚ, ਭਾਵੇਂ ਪਰਿਵਾਰਕ ਜ਼ਿੰਦਗੀ ਹੈ, ਭਾਵੇਂ ਆਰਥਿਕ ਜ਼ਿੰਦਗੀ ਹੈ, ਭਾਵੇਂ ਸਮਾਜਿਕ ਜ਼ਿੰਦਗੀ ਹੈ, ਭਾਵੇਂ ਸਾਡੀ ਰੂਹਾਨੀ ਜ਼ਿੰਦਗੀ ਹੈ, ਚੜ੍ਹਦੀ ਕਲਾ ਹੀ ਸਾਨੂੰ ਇੱਕ ਬੈਲੈਂਸ ਰੱਖਣ ਦਾ ਮੈਸੇਜ ਦਿੰਦੀ ਆ ਔਰ ਜਿਹੜੀ ਸਾਨੂੰ ਆਊਟ ਆਫ ਟਰੈਕ ਨਹੀਂ ਕਦੇ ਹੋਣ ਦਿੰਦੀ। ਜੀ ਬਾਬਾ ਜੀ, ਅਖੀਰ ਦੇ ਵਿੱਚ ਮੈਂ ਇੱਕ ਸਿਰਫ ਇਹੀ ਕਮੈਂਟ ਕਹਿ ਲਓ, ਸਵਾਲ ਕਹਿ ਲਓ, ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ। ਇੱਕ ਹੋਰ ਨਜ਼ਰੀਆ ਵੇਖਣ ਦਾ ਇਸ ਇਤਿਹਾਸ ਨੂੰ ਰੀਅਲੀ ਜਦੋਂ ਇਹੋ ਜੀ ਸਾਰੀ ਇਹ ਸਾਰੀ ਚੀਜ਼ਾਂ ਹੋ ਰਹੀਆਂ ਸੀ,
ਕਦੀ ਕਵਾਰ ਅਸੀਂ ਜਦੋਂ ਸੋਚਦੇ ਹਾਂ ਇਸ ਹਿਸਟਰੀ ਬਾਰੇ, ਸਾਨੂੰ ਲੱਗਦਾ ਪਤਾ ਨਹੀਂ ਕਿੰਨੀ ਪੁਰਾਣੀ ਇਹ ਗੱਲ ਹੈ, ਕਿੰਨੀ ਸਦੀਆਂ ਪੁਰਾਣੀ ਗੱਲ ਹੈ। ਬਟ ਮੈਂ ਸਿਰਫ ਦਰਸ਼ਕਾਂ ਅੱਗੇ ਇਹ ਇੱਕ ਫੈਕਟ ਰੱਖਣਾ ਚਾਹੁੰਦੀ ਹਾਂ ਕਿ ਉਨ ਸਾਲਾਂ ਦੇ ਵਿੱਚ, ਉਸ ਦੌਰ ਦੇ ਵਿੱਚ ਦੁਨੀਆ ਕਾਫੀ ਰੀਸੈਂਟ ਚੀਜ਼ਾਂ ਦੇ ਨਾਲ ਝੇਲ ਰਹੀ ਸੀ। ਮਤਲਬ ਜੋ ਯੂਨਾਈਟਿਡ ਸਟੇਟਸ ਮੁਲਕ ਬਣਿਆ ਹੈ ਉਹ ਵੀ ਉਨ ਦਿਨਾਂ ਦੇ ਵਿੱਚ ਬਣਿਆ ਸੀ। ਅਸੀਂ ਇੱਥੇ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਕਿ ਇਹ ਮੁਲਕ ਆਜ਼ਾਦ ਹੋਏ ਨੂੰ 200 ਕੁਛ ਸਾਲ ਹੋਏ ਹੈ, ਕਿ ਇਹ ਹਲੇ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਜ਼ਰੂਰ ਹੈ ਬਟ ਦੁਨੀਆ ਦੀ ਕੰਪੈਰੇਟਿਵਲੀ ਇੱਕ ਨਵਾਂ ਮੁਲਕ ਹੈ। ਅਤੇ ਜਦੋਂ ਅਸੀਂ ਸਿੱਖ ਪੰਥ ਵੱਲ ਵੇਖਦੇ ਹਾਂ, ਸਿੱਖ ਪੰਥ ਵੀ ਉन्हीं ਦਿਨਾਂ ਦੇ ਵਿੱਚ ਆਪਣੀ ਫਾਊਂਡੇਸ਼ਨ ਜਮਾ ਰਿਹਾ ਸੀ। ਸੋ ਮੈਂ ਚਾਹਾਂਗੀ ਤੁਸੀਂ ਸਾਨੂੰ ਕੰਟੈਕਸਟ ਦਿਓ ਤਾਂ ਕਿ ਜਦੋਂ ਅਸੀਂ ਇੱਕ ਵਾਰੀ ਫਿਰ ਬੱਚਿਆਂ ਨਾਲ ਇਹ ਗੱਲਾਂ ਕਰੀਏ ਕਿ ਸਾਨੂੰ ਇਹੋ ਜਿਹੇ ਤਰੀਕੇ ਦੇ ਨਾਲ ਉਹਨਾਂ ਨੂੰ ਨਾ ਦੱਸਣ ਕਿ ਦੇਖੋ ਕਿੰਨੀ ਇਹ ਪੁਰਾਣੀ ਗੱਲ ਹੈ, ਕਿ ਇਹ ਰਿਲੇਟਿਵਲੀ ਰੀਸੈਂਟ ਹਿਸਟਰੀ ਹੈਗੀ ਐਂਡ ਇਹਦਾ ਤੁਸੀਂ ਕਹਿ ਲਓ ਇੱਕ ਰੈਕਰਡ ਸਾਡੇ ਸਿੱਖ ਪੰਥ ਤੋਂ ਵੀ ਬਾਹਰ ਕਿੰਨਿਆਂ ਨੇ ਰੱਖਿਆ ਹੋਇਆ। ਆਈ ਮੀਨ ਵੈਲ ਰਿਸਪੈਕਟਡ ਸਕਾਲਰਸ ਰਾਈਟ, ਜਿਨ੍ਹਾਂ ਨੇ ਇਸ ਹਿਸਟਰੀ ਨੂੰ ਡੀਟੇਲ ਕੀਤਾ। ਇਹਦੇ ਉੱਤੇ ਕੁਝ ਕਮੈਂਟ। ਦੇਖੋ ਅਮਰੀਕਾ 1776 ਦੇ ਵਿੱਚ 1776 ਦੇ ਵਿੱਚ ਇੱਥੋਂ ਇਹਨਾਂ ਨੂੰ ਆਜ਼ਾਦੀ ਮਿਲੀ ਹੈ, ਲੇਕਿਨ ਮੁਲਕ ਦੀ ਉਸ ਤੋਂ ਪਹਿਲਾਂ ਵੀ ਇਹ ਤੇ ਇੱਕ ਆਜ਼ਾਦੀ ਦਾ ਇਹਨਾਂ ਦਾ ਪੀਰੀਅਡ ਆ ਤੇ ਆਲਮੋਸਟ ਉਹ ਸੇਮ ਪੀਰੀਅਡ ਸੀ। ਔਰ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਅਮਰੀਕਨ ਕਨਸਟੀਟਿਊਸ਼ਨ ਤੇ ਉਹ ਤਕਰੀਬਨ ਕਿੰਨੇ ਸੌ ਸਾਲ ਬਾਅਦ ਆਈਆਂ ਨੇ। ਸਾਡੇ ਉਸ ਪੀਰੀਅਡ 'ਚ ਮਾਤਾ ਜੀਤੋ ਜੀ ਦਾ ਪਤਾਸੇ ਪਾਉਣਾ ਅੰਮ੍ਰਿਤ ਦੇ ਵਿੱਚ, ਇਕੁਐਲਿਟੀ ਆਫ ਜੈਂਡਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1699 'ਚ ਅੰਮ੍ਰਿਤ ਸੰਚਾਰ ਕਰ ਰਹੇ ਨੇ। ਪੰਜ ਪਿਆਰੇ ਸਾਰੇ ਉਹ ਮੇਲ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਮੇਲ ਨੇ, ਲੇਕਿਨ ਇੱਕ ਫੀਮੇਲ ਆ ਕੇ ਉਸ ਏਡੇ ਵੱਡੇ ਇਵੈਂਟਸ ਦੇ ਵਿੱਚ ਆ ਕੇ ਉਹ ਪਤਾਸੇ ਪਾ ਰਹੀ ਹੈ। ਇਟਸ ਅ ਬਿਗ ਕੰਟਰੀਬਿਊਸ਼ਨ। ਤੇ ਅਮਰੀਕਨ ਕਨਸਟੀਟਿਊਸ਼ਨ ਤਾਂ ਕਿੰਨੀ ਦੇਰ ਬਾਅਦ ਔਰਤਾਂ ਨੂੰ ਅੱਜ ਤੱਕ ਅਮਰੀਕਾ ਦਾ ਜਿਹੜਾ ਇਸ ਬਿਗ ਡੈਮੋਕ੍ਰੈਟਿਕ ਕੰਟਰੀ, ਦਿਸ ਇਜ਼ ਆਵਰ ਕੰਟਰੀ, ਵੀ ਲਵ ਯੂਨਾਈਟਿਡ ਸਟੇਟਸ, ਪਰ ਅਜੇ ਤੱਕ ਇੱਥੋਂ ਦੀ ਕੋਈ ਪ੍ਰੈਜ਼ੀਡੈਂਟ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਬਣ ਗਏ, ਲੇਕਿਨ ਪ੍ਰੈਜ਼ੀਡੈਂਟ ਕੋਈ ਅਜੇ ਫੀਮੇਲ ਨਹੀਂ ਬਣੀ ਹੈਗੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸਮੇਂ, ਉਸ ਤੋਂ ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਾਤਾ ਖੀਵੀ ਜੀ ਨੂੰ ਪੂਰੇ ਲੰਗਰ ਦਾ, ਇਸ ਕਮਿਊਨਿਟੀ ਕਿਚਨ ਲੰਗਰ ਦੀ ਪੂਰੀ ਜ਼ਿੰਮੇਵਾਰੀ ਜਿਹਦਾ ਕਿ ਜ਼ਿਕਰ ਗੁਰਬਾਣੀ ਚ ਆਉਂਦਾ ਹੈ, ਮਾਤਾ ਖੀਵੀ ਸੋ ਸੋਏ ਜਨ ਗੋਏ ਉਠਾਲੀ। ਹਾਂਜੀ, ਤੇ ਇਕੁਐਲਿਟੀ ਆਫ ਜੈਂਡਰ। ਔਰ ਅਮਰੀਕਨ ਕਨਸਟੀਟਿਊਸ਼ਨ 'ਚ ਅਮਰੀਕਾ ਦੇ ਵਿੱਚ ਕਾਫੀ ਕੁਛ ਐਸਾ ਸੀ ਪਹਿਲਾਂ, ਔਰ ਗੁਰੂ ਗੋਬਿੰਦ ਸਟਿਲ ਹੁਣ ਜਾ ਕੇ ਇਹਨਾਂ ਨੇ ਇਕੁਐਲਿਟੀ ਆਫ ਸੁਸਾਇਟੀ ਦੀ ਗੱਲ ਕਨਸਟੀਟਿਊਸ਼ਨ 'ਚ ਆਉਂਦੀ ਆ ਆਫਟਰ 1776 ਜੀ। ਪਰ ਸਾਡੇ ਤੇ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਸੰਗਤ, ਪਹਿਲਾਂ ਆ ਕੇ ਬੈਠੋ ਫਿਰ ਪੰਗਤ। ਔਰ ਪੰਜ ਪਿਆਰਿਆਂ ਦੀ, ਕਿਉਂਕਿ ਗੱਲ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰ ਰਹੇ ਹਾਂ, ਪੰਜ ਪਿਆਰੇ ਜਿਨ੍ਹਾਂ ਨੂੰ ਉਸ ਟਾਈਮ 'ਚ ਅੰਮ੍ਰਿਤ ਛਕਾਇਆ ਗਿਆ, ਔਰ ਉਹਨਾਂ 'ਚ ਸਿਰਫ ਇੱਕ ਜਿਹੜਾ ਖੱਤਰੀ ਸੀ, ਇੱਕ ਜੱਟ ਸੀ, ਬਾਕੀ ਤਿੰਨ ਜਿਹੜੇ ਆ ਜਿਨ੍ਹਾਂ ਨੂੰ ਅਖੌਤੀ ਨੀਵੀਂ ਜਾਤ ਕਹਿ ਕੇ ਲੋਕ ਉਦੋਂ ਸ਼ੂਦਰ ਕਹਿੰਦੇ ਸੀ, ਸਤਿਗੁਰਾਂ ਨੇ ਉਹਨਾਂ ਨੂੰ ਲੈ ਕੇ ਇੱਕ ਬਾਟੇ ਵਿੱਚ, ਦੈਟਸ ਅ ਬਿਗ ਐਗਜ਼ਾਮਪਲ ਆਫ ਇਕੁਐਲਿਟੀ ਆਫ ਸੁਸਾਇਟੀ, ਉਹਨਾਂ ਨੂੰ ਇੱਕ ਬਾਟੇ 'ਚ ਅੰਮ੍ਰਿਤ ਛਕਾਇਆ ਗਿਆ। ਔਰ ਉਹਨਾਂ ਨੂੰ ਕਿਹਾ ਅੱਜ ਤੋਂ ਬਾਅਦ ਤੁਹਾਡੀ ਜਾਤ ਗੋਤ ਨਹੀਂ, ਤੁਸੀਂ ਸਿੰਘ ਹੋ। ਦੁਨੀਆ ਦੇ ਵਿੱਚ ਇੱਕੋ ਇੱਕ ਸਿੱਖ ਧਰਮ ਐਸਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹਦੀ ਸ਼ੁਰੂਆਤ ਕੀਤੀ, ਹਰ ਸਿੱਖ ਦੇ ਨਾਂ ਪਿੱਛੇ ਕੌਰ ਜਿਹੜੀ ਫੀਮੇਲ ਦੇ, ਹਰ ਮੇਲ ਦੇ ਪਿੱਛੇ ਨਾਂ ਦੇ ਨਾਲ ਸਿੰਘ। ਦੈਟਸ ਅ ਬਿਗ ਐਗਜ਼ਾਮਪਲ ਆਫ ਇਕੁਐਲਿਟੀ ਆਫ ਜੈਂਡਰ, ਇਕੁਐਲਿਟੀ ਆਫ ਸੁਸਾਇਟੀ। I mean ਇਹ ਜੋ societal equality, and not to make comparisons but ਕਈ ਤਾਂ ਸਕੋਲਰਸ ਇਹ ਵੀ ਆਰਗਿਊ ਕਰਦੇ ਆ ਕਿ ਯੂਨਾਈਟਿਡ ਸਟੇਟਸ ਦੇ ਵਿੱਚ 1965 ਜਦੋਂ ਸੈਗਰੀਗੇਸ਼ਨ ਇੱਥੇ ਅਫਰੀਕਨ ਅਮਰੀਕਨਸ ਦੇ ਖਿਲਾਫ ਖਤਮ ਹੋਈ, ਕਿ ਉਹਨਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਿਆ, ਜਿੱਥੇ ਤੁਸੀਂ ਜਾ ਕੇ ਵਾਟਰ ਫਾਊਂਟੇਨਸ ਲਿਖਿਆ ਹੁੰਦਾ ਸੀ, ਕਲਰਡ ਪੀਪਲ ਵਾਟਰ ਫਾਊਂਟੇਨ, ਵਾਈਟ ਵਾਟਰ ਫਾਊਂਟੇਨ, ਇਹੋ ਜਿਹੀ ਚੀਜ਼ਾਂ ਦਾ ਖਤਮ ਜਦੋਂ ਇਹ ਚੀਜ਼ਾਂ ਹੋਈਆਂ, ਤਦ ਇੱਕ ਇਕੁਅਲ ਸੁਸਾਇਟੀ ਦਾ ਮੌਕਾ ਇਸ ਮੁਲਕ ਦੇ ਵਿੱਚ ਜੈਨੂਇਨਲੀ ਆਇਆ। ਅਤੇ ਸਾਡੇ ਗੁਰੂਆਂ ਨੇ ਤਾਂ ਉਹ ਤੋਂ ਵੀ 200 ਸਾਲ ਪਹਿਲੇ ਇਹ ਲਹਿਰ ਇੱਕ ਸ਼ੁਰੂ ਕਰਤੀ ਸੀ। ਆਈ ਮੀਨ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਅਤੇ ਕੰਪੈਰੀਜ਼ਨ ਕਰਨ ਲਈ ਤਾਂ ਬਹੁਤ ਚੀਜ਼ਾਂ ਹੈਗੀਆਂ, ਬਟ ਸਾਡੇ ਗੁਰੂ ਸਾਹਿਬਾਨ, ਖਾਸ ਕਰਕੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ 10ਵੇਂ ਪਾਤਸ਼ਾਹ ਜੀ ਦੀ ਗੱਲ ਕਰ ਰਹੇ ਹਾਂ,
ਉਹਨਾਂ ਦੀ ਐਗਜ਼ਾਮਪਲ ਤਾਂ ਕੋਈ ਵੀ ਨੇੜੇ ਵੀ ਨਹੀਂ ਆਉਂਦਾ। ਭਾਵੇਂ ਅਸੀਂ ਆਪਣੀ ਕੌਮ ਵਿੱਚ ਵੇਖੀਏ ਜਾਂ ਕਿਸੇ ਹੋਰ ਕੌਮ ਦੇ ਵਿੱਚ, ਕੋਈ ਇਹੋ ਜਿਹਾ ਇੰਨਾ ਅਨੋਖਾ ਇੰਡੀਵਿਜੂਅਲ ਹਿਸਟਰੀ ਦੇ ਪੰਨਿਆਂ ਦੇ ਵਿੱਚ ਨਹੀਂ ਮਿਲ ਸਕਦਾ। ਐਂਡ ਜਿਨ ਸਕਾਲਰਸ ਨੇ ਇਹਨਾਂ ਨੂੰ ਪੜ੍ਹਿਆ, ਇਹਨਾਂ ਦੇ ਬਾਰੇ ਲਿਖਿਆ, ਉਹ ਇਸ ਚੀਜ਼ ਦੇ ਵਿਟਨੈਸ ਹੈਗੇ। ਬਟ ਬਾਬਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਦਾਂ ਲੱਗਦਾ ਕਿ ਅਸੀਂ ਮਸੀ ਸਰਫੇਸ ਨੂੰ ਸਕ੍ਰੈਚ ਕੀਤਾ ਹੈ, ਅਤੇ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਫਿਰ ਆ ਕੇ ਸਾਡੇ ਨਾਲ ਜੁੜੋ, ਇਹੋ ਜਿਹੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਉਹ ਸਾਖੀਆਂ ਜੋ ਕਿਤੇ ਨਾ ਕਿਤੇ ਸ਼ਾਇਦ ਅੱਜ ਦੇ ਇਸ ਮਾਡਰਨ ਸੁਸਾਇਟੀ ਦੇ ਵਿੱਚ ਸਾਨੂੰ ਨਹੀਂ ਮਿਲਦੀਆਂ, ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਹੁੰਦੀਆਂ ਸੀ। ਉਹੋ ਜਿਹੀ ਸਾਖੀਆਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਰਹੋ। ਅਤੇ ਅਖੀਰ ਦੇ ਵਿੱਚ ਬਾਬਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਪਹਿਲੀ ਗੱਲ ਤੇ ਜਸ ਟੀਵੀ, ਜਸ ਪੰਜਾਬੀ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਜਸ ਟੀਵੀ ਨੇ ਸਿੱਖ ਮੁੱਦਿਆਂ ਤੇ ਬਹੁਤ ਕੁਝ ਕੀਤਾ। ਮੈਂ ਬਹੁਤ ਲੰਮੇ ਸਮੇਂ ਤੋਂ, ਮੈਨੂੰ ਇਸ ਈਅਰ ਦੇ ਵਿੱਚ ਆਲਮੋਸਟ 30 ਸਾਲ ਹੋ ਗਏ ਅਮਰੀਕਾ 'ਚ ਆਇਆ। ਜਦੋਂ ਦਾ ਜਸ ਪੰਜਾਬੀ ਟੀਵੀ ਸ਼ੁਰੂ ਹੋਇਆ, ਮੈਨੂੰ ਨਿਊਯਾਰਕ ਦਫ਼ਤਰ ਜਾਣ ਦਾ ਮੌਕਾ ਵੀ ਮਿਲਿਆ, ਅਤੇ ਇਹਨਾਂ ਜਸ ਟੀਵੀ, ਜਸ ਪੰਜਾਬੀ ਨੇ ਬਹੁਤ ਕੁਝ ਸਿੱਖੀ ਤੇ ਵੱਧ ਚੜ੍ਹ ਕੇ ਸਿੱਖ ਮੁੱਦਿਆਂ ਤੇ, ਕਮਿਊਨਿਟੀ ਦੇ ਮੁੱਦਿਆਂ ਤੇ, ਲੈਂਗੁਏਜ ਦੇ ਮੁੱਦਿਆਂ ਤੇ ਪੋਜ਼ਿਟਿਵ ਵੇ ਦੇ ਨਾਲ ਦੇ ਡਿਡ ਲਾਟ ਆਫ ਥਿੰਗਸ ਉਹ ਕਰ ਰਹੇ ਨੇ। ਔਰ ਭਵਿੱਖ ਵਿੱਚ ਅਸੀਂ ਬਹੁਤ ਚੰਗੀ ਉਮੀਦ ਉਹਨਾਂ ਤੋਂ ਰੱਖਦੇ ਹਾਂ ਕਿ ਜਿਵੇਂ ਉਹਨਾਂ ਨੇ ਪਾਸਟ ਵਿੱਚ ਕੀਤਾ, ਪ੍ਰੈਜ਼ੈਂਟ 'ਚ ਕਰ ਰਹੇ ਨੇ, they will do same thing in the future for the community with a positive way। ਔਰ ਇਸੇ ਤਰ੍ਹਾਂ ਜਿਹੜੀ ਗੱਲ ਤੁਸੀਂ, ਜਿਵੇਂ ਅੱਜ ਆਪਾਂ ਗੁਰੂ ਸਾਹਿਬ ਤੇ ਕਰ ਰਹੇ ਹਾਂ, ਮੈਨੂੰ ਫਿਊਚਰ 'ਚ ਜਦੋਂ ਵੀ ਤੁਸੀਂ ਕੋਈ ਵੀ ਟੌਪਿਕ ਤੇ, ਸਿੱਖੀ ਦਾ ਟੌਪਿਕ ਜਿਹਦੇ ਵਿੱਚੋਂ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸੇਧ ਦੇ ਸਕੀਏ, ਇਤਿਹਾਸ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ, ਕਿਸੇ ਵੀ ਟੌਪਿਕ ਤੇ ਮੈਨੂੰ ਤੁਸੀਂ ਹੁਕਮ ਲਾਓਗੇ, ਆਈ ਵਿਲ ਬੀ ਹੈਪੀ ਟੂ ਡੂ ਇਟ। ਔਰ ਮੇਰੇ ਲਈ ਉਹ ਸੁਭਾਗਾ ਸਮਾਂ ਹੋਏਗਾ, ਉਹ ਚੰਗਾ ਹੋਏਗਾ। ਮੈਂ ਸਮਝਾਂਗਾ ਕਿ ਉਹ ਮੇਰਾ ਸਮਾਂ ਸਫਲਾ ਹੋਏਗਾ ਜਦੋਂ ਮੈਂ ਆਪਣੀ ਜ਼ਿੰਦਗੀ ਦਾ ਇੱਕ ਬੜਾ ਲੌਂਗ ਐਕਸਪੀਰੀਅੰਸ, ਨਾਓ ਆਈ ਐਮ ਆਲਮੋਸਟ 64-65, ਕਿ ਮੈਂ ਬਚਪਨ ਤੋਂ ਸਿੱਖੀ ਦੇ ਨਾਲ, ਸਿੱਖ ਪਰਿਵਾਰ ਵਿੱਚ ਜਨਮਿਆ, ਸਿੱਖੀ ਨੂੰ ਪੜ੍ਹਿਆ ਹੈ, ਔਰ ਸਾਰੀ ਸਿੱਖੀ ਦਾ ਇਤਿਹਾਸ, ਗੁਰੂ ਗ੍ਰੰਥ ਸਾਹਿਬ। ਔਰ ਉਸ ਤੋਂ ਬਾਅਦ ਮੈਨੂੰ ਇੱਕ ਸਿੱਖਾਂ ਦੇ 5 ਆਪਣੇ ਤਖਤਾਂ ਦੇ ਵਿੱਚੋਂ ਇੱਕ ਤਖਤ ਤੇ ਬਤੌਰ ਹੈੱਡ ਗ੍ਰੰਥੀ ਔਰ ਬਤੌਰ ਐਕਟਿੰਗ ਜਥੇਦਾਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਮੈਨੂੰ 2 ਸਾਲ ਉੱਥੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਮੈਂ ਦੁਨੀਆ ਦੇ 100 ਕੰਟਰੀਆਂ 'ਚ ਵਿਚਰਿਆ, ਸਿੱਖੀ ਦਾ ਪ੍ਰਚਾਰ ਕੀਤਾ, ਅੰਮ੍ਰਿਤ ਛਕਾਇਆ, ਕਥਾ ਕੀਤੀ। ਲਾਟ ਆਫ ਐਕਸਪੀਰੀਅੰਸ ਆਈ ਹੈਵ। ਅਤੇ ਮੈਂ ਚਾਹੁੰਦਾ ਕਿ ਉਹ ਮੈਂ ਆਪਣਾ ਐਕਸਪੀਰੀਅੰਸ ਆਪਣੀ ਕੌਮ ਲਈ, ਆਪਣੀ ਯੰਗ ਜਨਰੇਸ਼ਨ ਲਈ, ਨਿਊ ਜਨਰੇਸ਼ਨ ਲਈ ਮੈਂ ਉਹਦੇ ਵਿੱਚ ਕੁਝ ਦੇ ਸਕਾਂ। I will be happy to do it. And we will be happy to have you. ਇੱਕ ਵਾਰੀ ਫਿਰ ਤੁਹਾਡੇ ਅੱਜ ਇਸ ਕੀਮਤੀ ਸਮੇਂ ਲਈ ਅਸੀਂ ਧੰਨਵਾਦੀ ਹਾਂ। ਉਮੀਦ ਰੱਖਦੇ ਹਾਂ, ਸਾਨੂੰ ਹੁਣ ਯਕੀਨ ਹੈ ਕਿ ਤੁਸੀਂ ਜ਼ਰੂਰ ਫਿਰ ਆ ਕੇ ਸਾਡੇ ਨਾਲ ਜੁੜੋਗੇ। ਬਟ ਅੱਜ ਲਈ ਇੰਨਾ ਕੀ ਸਮਾਂ ਸਾਨੂੰ ਇਜਾਜ਼ਤ ਦਿੰਦਾ ਹੈ। ਬਾਬਾ ਜੀ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਛੋਟੀ ਜਿਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਬਟ ਜਿਸ ਤਰ੍ਹਾਂ ਕਿਹਾ ਹੈ ਕਿ ਇਹ ਤਾਂ ਇੰਨਾ ਵੱਡਾ ਟੌਪਿਕ ਹੈ ਕਿ ਇਹ ਸਾਲ ਦੇ 1 ਜਾਂ 2 ਜਾਂ 3 ਦਿਨਾਂ ਦੇ ਵਿੱਚ ਨਹੀਂ, ਪੂਰਾ ਸਾਲ ਲਗਾਤਾਰ ਸਾਡੇ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਹੋਣੀਆਂ ਚਾਹੀਦੀਆਂ, ਇੱਕ ਨੋਰਮਲ ਤਰੀਕੇ ਦੇ ਨਾਲ। ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਬਾਣੀ ਦੇ ਨਾਲ, ਗੁਰਦੁਆਰਿਆਂ ਵਿੱਚ ਜਾ ਕੇ ਕੀਰਤਨ ਦੇ ਨਾਲ, ਕਥਾ ਦੇ ਨਾਲ ਜੋੜਨਾ ਚਾਹੀਦਾ, ਬਟ ਉਸ ਤੋਂ ਇਲਾਵਾ ਸਾਡੇ ਆਪਣੇ ਘਰਾਂ ਦੇ ਵਿੱਚ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਬੱਚਿਆਂ ਨੂੰ ਆਪਣੇ ਪੰਥ, ਆਪਣੀ ਵਿਰਾਸਤ, ਆਪਣੇ ਇਤਿਹਾਸ ਦੇ ਨਾਲ ਅਸੀਂ ਜੋੜੀਏ। ਸੋ ਉਮੀਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੀ ਕੁਝ ਡਿਸਕਸ਼ਨਸ ਤੁਹਾਡੇ ਵੀ ਘਰੇ, ਤੁਹਾਡੇ ਲਿਵਿੰਗ ਰੂਮ, ਤੁਹਾਡੇ ਡਾਈਨਿੰਗ ਰੂਮ ਵਿੱਚ ਸ਼ੁਰੂ ਹੋਈਆਂ ਹੋਣਗੀਆਂ। ਸਾਡੇ ਲਈ, ਸਾਡੇ ਗੈਸਟ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।